सत श्री अकाल जी सारे ਨੂੰ ਅੱਜ ਅਸੀਂ ਆਪਣੇ ਇਸ YouTube ਚੈਨਲ ਦੇ ਉੱਪਰ ਆਪਣਾ ਪਹਿਲਾ ਲੈਕਚਰ ਲੈਣ ਜਾ ਰਹੇ ਹਾਂ। ਇਸ ਲੈਕਚਰ ਦੇ ਵਿੱਚ ਅਸੀਂ ਸਟਾਰਟ ਕਰਾਂਗੇ ਫਰਮ ਦ ਵੈਰੀ ਬੇਸਿਕਸ, ਜਿਹਦੇ ਵਿੱਚ ਕਿ ਤੁਸੀਂ ਪੜ੍ਹੋਗੇ ਅਲਫਾਬੈਟਸ, ਉਹਨਾਂ ਦੀਆਂ ਸਾਊਂਡਸ, ਵੌਵਲਸ, ਕੌਨਸੋਨੈਂਟਸ। ਨੈਕਸਟ ਲੈਕਚਰ 'ਚ ਅਸੀਂ ਮੂਵ ਔਨ ਕਰਾਂਗੇ ਆਰਟੀਕਲਸ ਦੇ ਉੱਪਰ। ਇੱਦਾਂ ਕਰਦੇ ਕਰਦੇ ਅਸੀਂ ਸਲੋਲੀ ਹਰੇਕ ਬੇਸਿਕ ਸਟੈਪ ਨੂੰ ਕਵਰ ਕਰਦੇ ਜਾਵਾਂਗੇ ਤਾਂ ਕਿ ਜਿਹੜੀ ਇੰਗਲਿਸ਼ ਲੈਂਗੁਏਜ ਸਾਨੂੰ ਬੋਲਣ 'ਚ ਡਿਫਿਕਲਟੀ ਆਉਂਦੀ ਹੈ ਜਾਂ ਸਮਝਣ 'ਚ ਡਿਫਿਕਲਟੀ ਆਉਂਦੀ ਹੈ ਉਹ ਬਿਲਕੁਲ ਨਾ ਆਵੇ। अगर थोड़े बेसिक्स क्लियर होंगे हमें कोई भी प्रॉब्लम नहीं आएगी किसी भी तरह की किसी भी चीज़। सो फर्स्ट थिंग्स फर्स्ट, तुम मैं इंस्टाग्राम पर भी फॉलो कर सकते हो। यही सेम यूजर नेम मेरा इंस्टाग्राम पे है, इंग्लिश विद लविश 01। तो यूट्यूब पर भी तुम अपने कॉमेंट्स देके अपनी फीडबैक देके मैं जरूर दसो कि तुम होर किहड़े टॉपिक्स कवर करना चाहते हो या तुहानू लैक्चर्स दे विच होर तुहानू की इंप्रूवमेंट की जरूरत लगती है। तो फर्स्ट थिंग्स ਆਪਾਂ ਜਿੱਥੋਂ ਆਪਾਂ ਸ਼ੁਰੂ ਕਰਾਂਗੇ ਪਹਿਲਾਂ ਅਸੀਂ ਗੱਲ ਕਰਾਂਗੇ ਕਿ ਲੈਂਗੁਏਜ ਇੰਗਲਿਸ਼ ਹੈ ਕੀ, ਅਸੀਂ ਇੰਗਲਿਸ਼ ਸਿੱਖਣੀ ਹੀ ਕਿਉਂ। ਸੋ ਇੰਗਲਿਸ਼ ਇੱਕ ਤਰ੍ਹਾਂ ਦੀ ਲੈਂਗੁਏਜ ਹੈ। ਲੈਂਗੁਏਜ ਮਤਲਬ ਭਾਸ਼ਾ। ਲੈਂਗੁਏਜ ਸਾਡੇ ਕਿਸ ਕੰਮ ਆਉਂਦੀ ਹੈ? ਲੈਂਗੁਏਜ ਦਾ ਮਤਲਬ ਇਹ ਹੁੰਦਾ ਹੈ ਲੈਂਗੁਏਜ ਇੱਕ ਤਰ੍ਹਾਂ ਦਾ ਸਾਡੀਆਂ ਫੀਲਿੰਗਸ ਨੂੰ ਐਕਸਪ੍ਰੈਸ ਕਰਨ ਦਾ ਇੱਕ ਜ਼ਰੀਆ ਹੈ। ਅਸੀਂ ਕੀ ਸੋਚਦੇ ਹਾਂ, ਅਸੀਂ ਕੀ ਮਹਿਸੂਸ ਕਰਦੇ ਹਾਂ। अगर हम इसी चीज़ किसी ने बोल नहीं सकेंगे तो असी एज अ सोसाइटी असी एग्जिस्ट करना बहुत डिफिकल्ट हो जाएगा साढ़े लिए। अज तो कई हज़ार लखा साल पहला भी इधर असी गल करिए जिहड़ियां असी पढ़ते हैं कि सभ्यतावां होईयां साडे कई 100 साल पहला, हज़ार साल पहला, चाहे उन्होंने कोल इंग्लिश पंजाबी वरगियां लैंग्वेज ना सी पर उन्होंने कोल अपनियां लिपियां अपनियां बोलियां सीगियां जिन्हां दे थ्रू हो सकता ਅਸੀਂ ਦੇਖਿਆ ਕਿ ਉਹ ਡਰਾਇੰਗਸ ਕਰਕੇ, ਪੇਂਟਿੰਗਸ ਕਰਕੇ ਜਾਂ ਪੱਤਿਆਂ ਦੇ ਉੱਪਰ ਲਿਖ ਕੇ ਆਪਣੀ ਗੱਲ ਇੱਕ ਦੂਜੇ ਨੂੰ ਸਮਝਾਉਂਦੇ ਸੀ। ਪਰ ਅੱਜ ਦੇ ਸਮੇਂ ਦੇ ਵਿੱਚ ਅਸੀਂ ਬਹੁਤ ਅੱਗੇ ਆ ਚੁੱਕੇ ਹਾਂ ਇਹਨਾਂ ਚੀਜ਼ਾਂ ਤੋਂ। ਅੱਜ ਸਾਡੇ ਕੋਲ ਤਰ੍ਹਾਂ ਤਰ੍ਹਾਂ ਦੀਆਂ ਲੈਂਗੁਏਜਿਸ ਨੇ। ਦੁਨੀਆ ਦੇ ਉੱਪਰ ਇੰਨੀਆਂ ਸਾਰੀਆਂ ਲੈਂਗੁਏਜਿਸ ਬੋਲੀਆਂ ਜਾਂਦੀਆਂ ਨੇ। ਸੋ ਲੈਂਗੁਏਜ ਨੂੰ ਲੱਗਦੀ ਹੈ, ਲੈਂਗੁਏਜ ਇੱਕ ਭਾਸ਼ਾ ਹੁੰਦੀ ਹੈ, ਇੱਕ ਬੋਲੀ ਹੁੰਦੀ ਹੈ। ਆਪਣੀਆਂ ਫੀਲਿੰਗਸ, ਆਪਣੀਆਂ ਗੱਲਾਂ, ਆਪਣੇ ਦਿਲ ਦੇ ਜਿਹੜੇ ਇਮੋਸ਼ਨਸ ਨੇ ਉਹਨਾਂ ਨੂੰ ਕਿਸੇ ਤਰ੍ਹਾਂ ਐਕਸਪ੍ਰੈਸ ਕਰਨ ਦੇ ਲਈ ਜਿਸ ਮੀਡੀਅਮ ਦੀ ਜ਼ਰੂਰਤ ਤੁਹਾਨੂੰ ਪੈਂਦੀ ਹੈ ਉਸਨੂੰ ਲੈਂਗੁਏਜ ਕਹਿੰਦੇ ਹਨ। ਠੀਕ ਹੈ। ਸੋ ਲੈਂਗੁਏਜ ਬੇਸਿਕਲੀ ਫਾਰਮ ਆਫ ਐਕਸਪ੍ਰੈਸ਼ਨ ਦਾ ਇੱਕ ਮੀਡੀਅਮ ਹੈ। ਕਮਿਊਨੀਕੇਟ ਕਰਨ ਲਈ ਤੁਹਾਨੂੰ ਲੈਂਗੁਏਜ ਦੀ ਜ਼ਰੂਰਤ ਪੈਂਦੀ ਹੈ। ਠੀਕ ਹੈ। ਹਿੰਦੀ, ਪੰਜਾਬੀ, ਇੰਗਲਿਸ਼, ਚਾਈਨੀਜ਼, ਇਟਾਲੀਅਨ, फ्रेंच, ये सारिया ਜਿਹੜੀਆਂ ਨੇ ਲੈਂਗੁਏਜਿਸ ਨੇ। ਠੀਕ ਹੈ। ਭਾਸ਼ਾਵਾਂ ਫਾਰਮ ਆਫ ਕਮਿਊਨੀਕੇਸ਼ਨ ਹੈ। ਹੁਣ ਅਗਰ ਤੁਸੀਂ ਇੰਗਲਿਸ਼ ਲੈਂਗੁਏਜ ਦੀ ਗੱਲ ਕਰੋ ਕਿ ਇੰਗਲਿਸ਼ ਲੈਂਗੁਏਜ ਦੇ ਵਿੱਚ ਸਭ ਤੋਂ ਪਹਿਲਾਂ ਜਿਸ ਤਰ੍ਹਾਂ ਅਸੀਂ ਪੰਜਾਬੀ 'ਚ ਪੜ੍ਹਦੇ ਹਾਂ ਕਿ ਧੁਨੀਆਂ ਹੁੰਦੀਆਂ ਹਨ, ਧੁਨੀਆਂ ਤੋਂ ਅੱਖਰ ਬਣਦੇ ਹਨ, ਅੱਖਰ ਤੋਂ ਸ਼ਬਦ ਜੋੜ ਬਣਾ ਕੇ ਤੁਸੀਂ ਵਰਡਸ ਬਣਾਉਂਦੇ ਹੋ। ਵਰਡਸ ਤੋਂ ਬਾਅਦ ਸੈਂਟੈਂਸਸ ਦੀ ਫਾਰਮੇਸ਼ਨ ਹੁੰਦੀ ਹੈ। ਉਸੇ ਤਰੀਕੇ ਨਾਲ ਹੀ ਸਭ ਤੋਂ ਪਹਿਲਾਂ ਇੰਗਲਿਸ਼ ਦੇ ਵਿੱਚ ਵੀ ਅਲਫਾਬੈਟਸ ਹੁੰਦੇ ਨੇ, ਲੈਟਰਸ ਹੁੰਦੇ ਨੇ। ABCD ਤੋਂ ਲੈ ਕੇ Z ਤੱਕ ਜਿਹੜੇ ਆ ਉਹ 26 ਸਾਡੇ ਕੋਲ ਅਲਫਾਬੈਟਸ ਹੁੰਦੇ ਨੇ। ਇਹਨਾਂ 26 ਦੇ ਵਿੱਚੋਂ ਤੁਹਾਡੇ ਕੋਲ 5 ਜਿਹੜੇ ਨੇ ਉਹ ਵਾਵਲਸ ਹੁੰਦੇ ਨੇ। ਵਾਵਲਸ, ਠੀਕ ਹੈ। ਵਾਵਲਸ ਨਹੀਂ ਕਹਿਣਾ, ਵਾਵਲਸ। ਠੀਕ ਹੈ। AEIOU, ਇਹ 5 ਜਿਹੜੇ ਨੇ ਉਹ ਤੁਹਾਡੇ ਵਾਵਲਸ ਨੇ। 21 ਤੁਹਾਡੇ ਕੋਲ ਕੌਨਸੋਨੈਂਟਸ ਬਚੇ BCDFGH ਇਸ ਤੋਂ ਲੈ ਕੇ Z ਤੱਕ ਜਿਹੜੇ ਇਹਨਾਂ ਪੰਜਾਂ ਨੂੰ ਛੱਡ ਕੇ ਵਰਡਸ ਬਚੇ ਉਹ ਕੌਨਸੋਨੈਂਟਸ ਬਚੇ। ਹੁਣ ਜੇਕਰ ਅਸੀਂ ਕੌਨਸੋਨੈਂਟਸ ਵਾਵਲਸ ਦੀ ਡਿਫਰੈਂਸ ਦੀ ਗੱਲ ਕਰੀਏ ਤਾਂ ਵਾਵਲਸ ਜਿਹੜੇ ਨੇ ਉਹ ਬਿਨਾਂ ਕਿਸੇ ਵੀ ਸਾਹ ਵਾਲੀ ਵੋਕਲ ਕੌਰਡਸ ਦੇ ਵਿੱਚ ਰੁਕਾਵਟ ਤੋਂ ਉਹ ਡਾਇਰੈਕਟਲੀ ਬਾਹਰ ਆਉਂਦੇ ਨੇ। AEIOU ਤੁਸੀਂ ਦੇਖੋਗੇ ਕਿ ਨਾ ਤੇ ਮੇਰੇ ਲਿਪਸ ਟੱਚ ਹੋਏ, ਮੇਰੇ ਲਿਪਸ ਨਾਲ ਨਾ ਮੇਰੇ ਟੀਥ ਟੱਚ ਹੋਏ, ਨਾ ਮੇਰੀ ਜ਼ੁਬਾਨ ਟੱਚ ਹੋਈ। ਡਾਇਰੈਕਟਲੀ ਹਵਾ ਜਿਹੜੀ ਸੀਗੀ ਉਹਦਾ ਫਲੋ ਬਿਲਕੁਲ ਪੈਸੇਜ ਉਹਦਾ ਕਲੀਅਰ ਸੀ। ਸੋ ਵਾਵਲਸ ਜਿਹੜੇ ਹੁੰਦੇ ਆ ਉਹਨਾਂ ਦੇ ਵਿੱਚ ਕੋਈ ਵੀ ਪਾਰਟ ਆਫ ਯੋਰ ਮਾਊਥ ਡਸਨਟ ਟੱਚ ਈਚ ਅਦਰ। ਦੂਸਰੇ ਪਾਸੇ ਜਿਹੜੇ ਕੌਨਸੋਨੈਂਟਸ ਹੋਣਗੇ B, T, ਸੋ ਕੋਈ ਨਾ ਕੋਈ ਜੀਭ ਦਾ ਕੋਈ ਹਿੱਸਾ ਤੁਹਾਡੇ ਤਾਲੂ ਨਾਲ ਲੱਗਦਾ ਹੋਏਗਾ, ਦੰਦਾਂ ਨਾਲ ਟੱਚ ਹੁੰਦਾ ਹੋਏਗਾ। ਜਿੱਥੇ ਪੈਸੇਜ ਜਿਹੜਾ ਹੈ ਹਵਾ ਦਾ ਉਹ ਥੋੜਾ ਰੁਕ ਕੇ ਆਵੇ, ਰੁਕਾਵਟ ਨਾਲ ਆਵੇ, ਉਹ ਕੌਨਸੋਨੈਂਟਸ ਹੋਣਗੇ। ਨੈਕਸਟ ਹੁਣ ਅਸੀਂ ਦੇਖੀਏ ਕਿ ਵਾਵਲਸ ਦਾ ਕੰਮ ਕੀ ਹੁੰਦਾ। ਮੰਨ ਲਓ ਮੈਂ ਤੁਹਾਡੇ ਅੱਗੇ ਇੱਥੇ ਐਗਜ਼ਾਮਪਲਸ ਰੱਖੀ ਹੈ B-T, B-I। ਸੋ ਇਹਨਾਂ ਦੇ ਵਿੱਚ ਮੈਂ ਅਗਰ AEIOU ਇਹੀ ਫਿਲ ਕਰਾਂ ਤੇ
5 6 ਤਰ੍ਹਾਂ ਦੇ ਤੁਹਾਡੇ ਕੋਲ ਡਿਫਰੈਂਟ ਵਰਡਸ ਆ ਜਾਣਗੇ that bit bought right but bet ਵਾਊਲਸ ਚੇਂਜ ਹੋਣਗੇ ਨਾਲ ਸਾਊਂਡ ਚੇਂਜ ਹੁੰਦੇ ਇਹਦੇ ਵਿੱਚੋਂ ਜਿਹੜੀ ਸਭ ਤੋਂ ਪਹਿਲੀ ਸਾਊਂਡ ਆਉਂਦੀ ਹੈ ਉਹ ਆਉਂਦੀ ਹੈ ਐ ਦੀ ਜਿੱਦਾਂ cat bat cat right tab दूसरी साउंड आएगी ए भी ए केक बेक हेड मेन सो ਇਹਦੇ ਵਿੱਚ ਏ ਦੀ ਸਾਊਂਡ ਆ ਰਹੀ ਹੈ ਤੀਸਰੀ ਜਿਹੜੀ ਸਾਊਂਡ ਏ ਵਿੱਚੋਂ ਪ੍ਰੋਡਿਊਸ ਹੋਏਗੀ ਉਹ ਹੋਏਗੀ ਆ ਦੀ ਜਿੱਦਾਂ ਕਿ ਕਾਰ ਪਾਰਕ ਫਾਦਰ ਠੀਕ ਹੈ ਫਾਰਮ ਚੌਥੀ ਜਿਹੜੀ ਸਾਊਂਡ ਹੋਏਗੀ ਉਹ ਹੋਏਗੀ ਔਰ ਠੀਕ ਹੈ ਤੁਸੀਂ ਕਹਿਣਾ ਏ ਦੇ ਵਿੱਚੋਂ ਔਰ ਦੀ ਸਾਊਂਡ ਕਿੱਦਾਂ ਆ ਰਹੀ ਹੈ ਤੁਹਾਨੂੰ ਨਹੀਂ ਪਤਾ ਲੱਗੇਗਾ ਜਿੱਦਾਂ ਮੈਂ ਕਹਾਂ ਬॉल ਟॉल ਟॉक ਠੀਕ ਹੈ ਪॉल ਪॉल ਇਹਦੇ ਵਿੱਚ ਔਰ ਦੀ ਸਾਊਂਡ ਆ ਰਹੀ ਹੈ ਸੋ ਇਹ ਜਿਹੜਾ ਅਲਫਾਬੈਟ ਹੈ ਵਾਊਲ ਹੈ ਉਹਦੇ ਵਿੱਚੋਂ ਤੁਹਾਨੂੰ 4 ਤਰ੍ਹਾਂ ਦੀ ਸਾਊਂਡ ਪ੍ਰੋਡਿਊਸ ਹੋਏਗੀ ਅਸੀਂ ਦੇਖਦੇ ਹਾਂ ਸਭ ਤੋਂ ਪਹਿਲੀ ਸੀਗੀ ਐ ਦੀ A B R D O okay so 4 sounds next ਅਸੀਂ ਦੇਖਾਂਗੇ E ਦੀਆਂ sounds E ਦੇ ਵਿੱਚ ਤੁਹਾਨੂੰ ਦੋ ਤਰ੍ਹਾਂ ਦੀਆਂ sounds ਆਉਣਗੀਆਂ again ਪਹਿਲਾਂ A ਦੀ pen okay bed hen leg A ਦੀ ਆਵਾਜ਼ ਆ ਰਹੀ ਹੈ ਸਭ ਤੋਂ दूसरी आवाज होएगी जेड़ा लॉन्ग वाउल होएगा ई दा लॉन्ग मतलब लंबी साउंड आएगी ई दी दा बी ही शी की ਵੀ ਸੋ ਇਹਦੇ ਵਿੱਚ ਡਬਲ ਈ ਦੀ ਸਾਊਂਡ ਆਏਗੀ ਤੁਹਾਨੂੰ ਵੱਡੀ ਬਿਹਾਰੀ ਵਾਲੀ ਸਾਊਂਡ ਦੀ ਸਾਊਂਡ ਆਏਗੀ ਤੁਹਾਨੂੰ ਇਹਦੇ ਵਿੱਚ नेक्स्ट आ जाएगा आई ਦੇ ਵਿੱਚ ਤੁਹਾਨੂੰ ਤਿੰਨ ਤਰ੍ਹਾਂ ਦੀਆਂ ਸਾਊਂਡਸ ਆਉਣਗੀਆਂ ਪਹਿਲੀ ਸਾਊਂਡ ਹੈ ਛੋਟੀ ਈ ਦੀ ਜਿੱਦਾਂ ਬਿਟ ਕਿਟ ਸਿਟ ਟ੍ਰਿਪ ਗ੍ਰਿਪ ਲਿਪ ਠੀਕ ਹੈ ਸੋ ਇਹਦੇ ਵਿੱਚ ਛੋਟੀ ਈ ਦੀ ਸਾਊਂਡ ਆਏਗੀ ਈ ਉਸੇ ਤਰੀਕੇ ਨਾਲ ਦੂਸਰੀ ਸਾਊਂਡ ਦੇ ਵਿੱਚ ਆਏਗੀ ਆਈ ਦੀ ਜਿੱਦਾਂ ਬਾਈਟ ਕਾਈਟ ਬਾਈਕ या टाइम आइस इनके ਵਿੱਚੋਂ आई ਦੀ ਆਵਾਜ਼ ਆਏਗੀ ਤੀਸਰੀ ਜਿਹੜੀ ਆਵਾਜ਼ ਆਉਂਦੀ ਹੈ ਉਹ ਹੈ ਵੱਡੀ ਈ ਦੀ ਬਿਹਾਰੀ ਵਾਲੀ ਸੌਰੀ ਜੇ ਮੈਂ ਪੰਜਾਬੀ ਥੋੜਾ ਨਹੀਂ ਐਕਸਪਲੇਨ ਕਰ ਪਾ ਰਹੀ ਸੋ ਵੱਡੀ ਈ ਦੀ ਜਿੱਦਾਂ ਕਿ ਪੁਲਿਸ ਮਸ਼ੀਨ ਜਾਂ ਫਿਰ ਯੂਨੀਕ ਸੋ ਇਹ ਸਾਰੇ ਐਗਜ਼ਾਮਪਲ ਜਿਹੜੇ ਨੇ ਉਹ ਵੱਡੀ ਈ ਦੇ ਬਿਹਾਰੀ ਵਾਲੀ ਈ ਦੀ ਜਿਹੜੀ ਈਡੀ ਵੱਡੀ ਵਾਲੀ ਹੁੰਦੀ ਹੈ ਉਹਦੇ ਐਗਜ਼ਾਮਪਲਸ ਨੇ ਤਿੰਨ ਸਾਊਂਡਸ ਦੇਖ ਲਏ ਆਈ ਦੇ ਹੁਣ ਚੌਥਾ ਜਿਹੜਾ ਸਾਊਂਡ ਹੈ ਉਹ ਹੈਗਾ ਓ ਦਾ ਓ ਦੇ ਵਿੱਚੋਂ ਚਾਰ ਤਰ੍ਹਾਂ ਦੇ ਸਾਊਂਡਸ ਅਗੇਨ ਆਉਂਦੇ ਆ ਸਭ ਤੋਂ ਪਹਿਲਾਂ ਹੈਗਾ ਓ ਦੇ ਵਿੱਚ ਕੀ ਆਉਂਦਾ ਡੌਗ ਹੌਟ ਕੋਲਡ ਸੋ ਓ ਦੀ ਆਵਾਜ਼ ਆ ਰਹੀ ਦੂਸਰੀ ਆਵਾਜ਼ ਦੇ ਵਿੱਚ ਆਏਗੀ O ਦੀ O ਪਹਿਲਾ ਸੀ O ਦੂਜਾ O ਜਿੱਦਾਂ go nose hose ਠੀਕ ਹੈ rope ਸੋ O ਦੀ ਆਵਾਜ਼ ਆ ਰਹੀ ਤੀਸਰੀ ਆਵਾਜ਼ ਵਿੱਚ ਆਏਗੀ A ਦੀ ਜਿਸ ਤਰ੍ਹਾਂ love come ਹੋਰ ਕੀ ਕਹਿ ਸਕਦੇ ਅਸੀਂ done money ਸੱਚ O ਹੈ ਲੇਕਿਨ ਆਵਾਜ਼ ਕਾਦੀ ਆ ਰਹੀ ਹੈ A ਦੀ ਚੌਥੀ ਜਿਹੜੀ ਸਾਊਂਡ ਆਏਗੀ ਉਹ ਆਏਗੀ U ਦੀ सॉरी ब्लू नहीं आएगा ब्लू जाएगा तो कुछ आएगी न्यूज ब्लू सो सब दे विच क्या के ऊ दी आवाज आ रही है इन वाली करांगे यू दी साउंड्स की सब तो पहली साउंड आती है अ दी सॉरी जितना टॉप अप लक सन सो सब दे विच अ दी आवाज आ रही है दूसरी साउंड आएगी ऊ दी ठीक है जू सब पे ऊ दी आवाज आ रही है तीसरी साउंड जो इसके विच आएगी वो होएगी
ਯੂ ਦੀ, ਜਿਸ ਤਰ੍ਹਾਂ ਕਿ ਯੂਜ਼, ਹਿਊਮਨ, ਯੂਨੀਵਰਸਿਟੀ, ਸਭ ਦੇ ਵਿੱਚ ਯੂ ਦੀ ਆਵਾਜ਼ ਆ ਰਹੀ। ਚੌਥੀ ਜਿਹੜੀ ਹੋਏਗੀ ਉਹ ਹੋਏਗੀ ਊ ਦੀ, ਛੋਟੇ ਊ ਦੀ, ਜਿੱਦਾਂ ਕਿ ਪੁੱਟ, ਠੀਕ ਹੈ, ਸ਼ੂਗਰ, ਪੁਸ਼, ਪੁਲ, ਸੋ ਸਭ ਦੇ ਵਿੱਚ ਊ ਦੀ, ਛੋਟੇ ਊ ਦੀ ਆਵਾਜ਼ ਆ ਰਹੀ ਹੈ। ਸੋ ਇਹ ਸਾਰੇ ਸੀਰੀਅਸ ਸਾਊਂਡਸ ਆਫ ਦੀ ਵਾਊਲਸ ਜੋ ਕਿ 5 ਨੇ, ਤੇ 5 ਦੇ ਅੱਗੇ ਕਿਸੇ ਦੇ 4 ਨੇ, ਕਿਸੇ ਦੇ 3 ਨੇ। ਇਹਨਾਂ ਦਾ ਫੰਕਸ਼ਨ ਕੀ ਹੈ, ਅਸੀਂ ਸਾਊਂਡਸ ਨੂੰ ਪੜ੍ਹੀਆਂ ਕਿਉਂਕਿ ਨੈਕਸਟ ਟੌਪਿਕ ਜਿਹੜਾ ਅਸੀਂ ਕਰਨਾ ਉਹ ਹੈਗਾ ਆਰਟੀਕਲਸ ਦਾ। ਉਹ ਅਸੀਂ ਕੱਲ ਦੇਖਾਂਗੇ ਕਿ ਇਹਨਾਂ ਸਾਊਂਡਸ ਦਾ ਅਸੀਂ ਇੰਨੀ ਡੈਪਥ ਚ ਕਿਉਂ ਪੜ੍ਹਿਆ। ਸੋ ਆਈ ਹੋਪ ਤੁਹਾਨੂੰ ਅੱਜ ਦਾ ਲੈਕਚਰ ਅੱਛਾ ਲੱਗਾ ਹੋਵੇਗਾ, ਤੁਸੀਂ ਕੁਝ ਨਵਾਂ ਸਿੱਖਿਆ ਹੋਵੇਗਾ।